ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾਦਸ਼ਾਹ ਜਹਾਂਗੀਰ ਨੇ ਬੜੇ ਅਦਬ ਸਤਿਕਾਰ ਨਾਲ ਗੁਰੂ ਹਰਗੋਬਿੰਦ ਜੀ ਨੂੰ ਦਿੱਲੀ ਤੋਂ ਵਿਦਾ ਕੀਤਾ। ਤੋਰਨ ਵੇਲੇ ਇਹ ਇਕਰਾਰ ਵੀ ਲਿਆ ਕਿ ਮੇਰੇ ਕਦੀ ਯਾਦ ਕਰਨ 'ਤੇ ਫਿਰ ਵੀ ਦਰਸ਼ਨ ਦੇਣੇ, ਅਤੇ ਸੈਰ ਕਰਦੇ ਕਰਦੇ ਕਦੀ ਗਰਮੀਆਂ ਦੇ ਦਿਨ ਕਸ਼ਮੀਰ ਚੱਲ ਕੇ ਬਿਤਾਣੇ ਹਨ। ਗੁਰੂ ਜੀ ਨੇ ਮਨਜ਼ੂਰ ਕੀਤਾ ਤੇ ਦਿੱਲੀ ਤੋਂ ਪੰਜਾਬ ਵੱਲ ਨੂੰ ਚਾਲੇ ਪਾ ਦਿੱਤੇ। ਅੱਗੇ ਖਬਰਾਂ ਹੋ ਚੁੱਕੀਆਂ ਸਨ। ਲਗਭਗ 5 ਮਹੀਨੇ ਰਾਹ ਦੀਆਂ ਸੰਗਤਾਂ ਦੇ ਪ੍ਰੇਮ ਵਸੀ ਉਹਨਾਂ ਨੂੰ ਤਾਰਦੇ ਜਦੋਂ ਆਪ ਲਾਹੌਰ ਆਏ ਤਾਂ ਗੁਰੂ ਜੀ ਦਾ ਸੰਗਤਾਂ ਵੱਲੋਂ ਭਾਰੀ ਸਵਾਗਤ ਤੇ ਸਤਿਕਾਰ ਕੀਤਾ ਗਿਆ। ਨਾਲ ਹੀ ਗੁਰੂ ਜੀ ਤੋਂ ਓਲੇ ਓਲੇ ਦੁਸ਼ਟ ਚੰਦੂ ਦੇ ਨੱਕ ਵਿੱਚ ਨਕੇਲ ਪਾ ਕੇ ਸਿੱਖਾਂ ਨੇ ਉਹਨੂੰ ਲਾਹੌਰ ਦੀਆਂ ਗਲੀਆਂ ਵਿੱਚ ਧੂ ਧੂ ਕੇ ਮਾਰਿਆ ਅਤੇ ਕਰਨੀ ਦਾ ਫਲ ਚਖਾਇਆ। ਇੱਥੋਂ ਗੁਰੂ ਜੀ ਨੇ ਸ਼੍ਰੀ ਅੰਮ੍ਰਿਤਸਰ ਨੂੰ ਚਾਲੇ ਪਾਏ। ਗੁਰੂ ਹਰਗੋਬਿੰਦ ਸਾਹਿਬ ਜੀ ਸੰਮਤ 1669 ਦੀ ਕਤਕ ਦੀਵਾਲੀ ਦੇ ਦਿਨ ਸ਼੍ਰੀ ਅੰਮ੍ਰਿਤਸਰ ਵਿੱਚ ਆਏ। ਚੀਰੀ ਵਿਛੁੰਨਿਆ ਸੰਗਤਾਂ ਨੇ ਸ਼ਹਿਰ ਤੋਂ ਬਾਹਰ ਦੂਰ ਤੱਕ ਜਾ ਕੇ ਸ਼ਬਦ ਚੌਂਕੀ ਨਾਲ ਗੁਰੂ ਜੀ ਦਾ ਸਵਾਗਤ ਕੀਤਾ, ਦਰਸ਼ਨ ਪਾਏ ਤੇ ਫੁੱਲ ਵਰਸਾਏ ਅਤੇ ਰਾਤ ਵੇਲੇ ਦੀਪਮਾਲਾ ਜਗਾ ਕੇ ਸਾਰੇ ਸ਼ਹਿਰ ਨੂੰ ਜਗਮਗਾ ਦਿੱਤਾ। ਗੁਰੂ ਜੀ 2.5 ਸਾਲਾਂ ਪਿੱਛੋਂ ਮੁੜੇ ਸਨ। ਮੀਰੀ ਪੀਰੀ ਦੀਆਂ ਦੋਵੇਂ ਤਲਵਾਰਾਂ ਸਜਾ ਕੇ ਸੱਚੇ ਪਾਤਸ਼ਾਹ ਦੇ ਰੂਪ ਵਿੱਚ ਸ਼੍ਰੀ ਅਕਾਲ ਤਖਤ ਉੱਤੇ ਫੇਰ ਸੁਸ਼ੋਭਿਤ ਹੋਣ ਲੱਗੇ। ਸ਼ਬਦ ਕੀਰਤਨ ਤੋਂ ਵੱਖਰੇ ਢਾਡੀਆਂ ਪਾਸੋਂ ਸੂਰਮਿਆਂ ਦੀਆਂ ਵਾਰਾਂ ਵੀ ਸੁਣਦੇ ਅਤੇ ਪਹਿਲੀ ਤਰ੍ਹਾਂ ਹੀ ਸ਼ਿਕਾਰ ਖੇਡਣ ਖਿਡਾਉਣ ਦੇ ਨਾਲ ਗੱਤਕੇਬਾਜ਼ੀ ਤੇ ਕੁਸ਼ਤੀਆਂ ਵੀ ਘੁਲਾਇਆ ਕਰਦੇ। ਸ਼੍ਰੀ ਅੰਮ੍ਰਿਤਸਰ ਆਇਆਂ ਨੂੰ 1 ਸਾਲ ਹੋ ਚੁੱਕਾ ਸੀ। ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਮਿਹਰ ਹੋਈ। ਆਪ ਦੇ ਗ੍ਰਹਿ ਸੰਮਤ 1670 ਦੀ ਕਤਕ ਪੂਰਨਮਾਸ਼ੀ ਨੂੰ ਵੀਰਵਾਰ ਦੇ ਦਿਨ ਜਗਤ ਮਾਤਾ ਦਮੋਦਰੀ ਜੀ ਦੇ ਉਦਰ ਤੋਂ ਸਾਹਿਬਜ਼ਾਦਾ ਟਿੱਕਾ ਗੁਰਦਿੱਤਾ ਜੀ ਦਾ ਜਨਮ ਹੋਇਆ। ਫਿਰ 2 ਸਾਲ ਪਿੱਛੋਂ ਸੰਮਤ 1672 ਵਿੱਚ ਮਾਤਾ ਜੀ ਦੀ ਕੁੱਖੋਂ ਬੀਬੀ ਵੀਰੋ ਜੀ ਜਨਮੇ। ਇਸੇ ਤਰ੍ਹਾਂ ਸਮੇਂ-ਸਮੇਂ ਦੂਜੇ ਮਾਤਾ ਨਾਨਕੀ ਜੀ ਦੇ, ਸ੍ਰੀ ਅਣੀ ਰਾਏ, ਫਿਰ ਬਾਬਾ ਅਟੱਲ ਜੀ ਅਤੇ ਸ਼੍ਰੀ ਤੇਗ ਬਹਾਦਰ ਜੀ ਦਾ ਅਵਤਾਰ ਹੋਇਆ। ਤਿਵੇਂ ਹੀ ਮਾਤਾ ਮਰਵਾਹੀ, ਸ਼੍ਰੀ ਮਹਾਦੇਵੀ ਜੀ ਦੇ, ਸ਼੍ਰੀ ਸੂਰਜਮਲ ਜੀ ਹੋਏ। ਇਤਨੇ ਸਾਲਾਂ ਦੇ ਅਰਸੇ ਵਿੱਚ ਬਾਦਸ਼ਾਹ ਦੇ ਨਾਲ ਕਸ਼ਮੀਰ ਵੀ ਗਏ ਤੇ ਹੋਰ ਵੀ ਕਈ ਥਾਂ 'ਤੇ ਪਧਾਰਦੇ ਰਹੇ। ਗੁਰੂ ਜੀ ਦੇ ਉਕਤ ਸਾਹਿਬਜ਼ਾਦੇ ਤੇ ਇਹਨਾਂ ਦੀ ਭੈਣ ਵੀਰੋ ਜਿਵੇਂ ਜਿਵੇਂ ਵੱਡੇ ਹੁੰਦੇ ਗਏ, ਇਹ ਆਪੋ ਵਿੱਚ ਖੇਡਦੇ ਫਿਰਦੇ ਸਨ। ਇਹਨਾਂ ਵਿੱਚੋਂ ਟਿੱਕਾ ਗੁਰਦਿੱਤਾ ਜੀ, ਜੋ ਅਜੇ ਮਸਾਂ 11 ਸਾਲ ਦੇ ਸਨ, ਇਹਨਾਂ ਦੀ ਸੁੰਦਰਤਾ ਅਤੇ ਸਰੀਰਕ ਸਡੌਲਤਾ ਨੂੰ ਵੇਖ ਕੇ ਇੱਕ ਦਿਨ ਬਟਾਲੇ ਗੁਰਦਾਸਪੁਰ ਦਾ ਇੱਕ ਖੱਤਰੀ ਰਾਮਾ ਜੀ ਦਾ ਦਿਲ ਮੋਹਿਆ ਗਿਆ। ਇਸ ਨੇ ਆਪਣੀ 6 ਸਾਲ ਦੀ ਅਤ ਸੁੰਦਰ ਕੰਨਿਆ ਦਾ ਨਾਤਾ ਮੰਨਣ ਲਈ ਗੁਰੂ ਜੀ ਦੇ ਪਾਸ ਬੇਨਤੀ ਕੀਤੀ। ਸਾਹਿਬਜ਼ਾਦੇ ਦੀ ਉਮਰ ਅਜੇ ਛੋਟੀ ਸੀ। ਗੁਰੂ ਜੀ ਸੋਚੀ ਪੈ ਗਏ, ਪਰ ਕੁਝ ਸਿੱਖਾਂ ਅਤੇ ਆਪਣੇ ਮਾਤਾ ਗੰਗਾ ਜੀ ਨੇ ਇਉਂ ਆਖ ਕੇ ਆਪ ਨੂੰ ਮਨਾ ਲਿਆ ਕਿ ਘਰ ਆਉਂਦੀ ਲక్ష్ਮੀ ਅੱਗੇ ਕਿਵਾੜ ਨਹੀਂ ਬੰਦ ਕਰੀਦੇ। ਫਿਰ ਦਾਦੀ ਨੇ ਪੋਤਰੇ ਦਾ ਵਿਆਹ ਦੇਖਣ ਦੀ ਖੁਆਇਸ਼ ਦੱਸ ਜ਼ੋਰ ਦੇ ਕੇ ਸਪੁੱਤਰ ਗੁਰੂ ਜੀ ਨੂੰ ਸਹਿਮਤ ਕੀਤਾ ਤੇ ਸੰਮਤ 1681 ਵਿੱਚ ਸ਼੍ਰੀ ਗੁਰਦਿੱਤਾ ਜੀ ਦੀ ਸ਼ਾਦੀ ਵੀ ਕਰਾ ਦਿੱਤੀ। ਸ਼੍ਰੀ ਟਿੱਕਾ ਜੀ ਦੀ ਸ਼ਾਦੀ ਦੇ ਥੋੜ੍ਹੇ ਦਿਨਾਂ ਪਿੱਛੋਂ ਵੇਲ ਪਾ ਕੇ ਸ਼੍ਰੀ ਗੁਰੂ ਜੀ ਚਾਰੇ ਸਾਹਿਬਜ਼ਾਦਿਆਂ ਸਮੇਤ ਬਾਬਾ ਸ਼੍ਰੀ ਚੰਦ ਜੀ ਦੇ ਦਰਸ਼ਨਾਂ ਨੂੰ ਬਾਹਰ ਠਾਏ। ਇਹਨਾਂ ਦਿਨਾਂ ਵਿੱਚ ਸੰਗਤਾਂ ਦੇ ਪ੍ਰੇਮ ਵਸੀ ਹੋ ਕੇ ਬਾਬਾ ਜੀ ਫੇਰ ਬਾਹਰ ਠਾਏ ਹੋਏ ਸਨ, ਕਿਉਂਕਿ ਜਿਸ ਦਿਨ ਦੇ ਕਰਤਾਰਪੁਰ ਗਏ ਫੇਰ ਨਹੀਂ ਆਏ। ਹੁਣ ਕੁਝ ਚਿਰ ਤੋਂ ਸੰਗਤ ਨੇ ਲਿਆਂਦੇ ਸਨ। ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਾਬਾ ਜੀ ਦੇ ਪਾਸ ਆ ਕੇ 500 ਨਗਦੀ, ਘੋੜਾ
ਤੇ ਬਸਤਰਾਂ ਦੀ ਭੇਟਾ ਧਰ ਸਾਹਿਬਜ਼ਾਦਿਆਂ ਸਮੇਤ ਨਮਸਕਾਰ ਕੀਤੀ। ਬਾਬਾ ਸ਼੍ਰੀ ਚੰਦ ਜੀ ਨੂੰ ਮੱਥਾ ਟੇਕ ਕੇ ਗੁਰੂ ਹਰਗੋਬਿੰਦ ਜੀ ਅਤੇ ਸਾਹਿਬਜ਼ਾਦੇ ਉਹਨਾਂ ਦੇ ਪਾਸ ਬੈਠ ਗਏ। ਇਹਨਾਂ ਵਿੱਚੋਂ ਇੱਕ ਗੁਰਦਿੱਤਾ ਜੀ ਜੋ ਬਿਲਕੁਲ ਬਾਬਾ ਜੀ ਦੇ ਸਨਮੁਖ ਸਜੇ ਸਨ। ਇਹਨਾਂ ਦੀ ਉਮਰ 11-12 ਸਾਲ ਤੇ ਨਵੇਂ ਨਿਖਰੇ ਹੋਏ ਸੁੰਦਰਤਾ ਦੀ ਮਾਨੋ ਹੱਦ ਸਨ। ਗਾਤਰੇ ਕਿਰਪਾਨ ਤੇ ਕਮਰ ਕਸਾ ਕੀਤਾ ਹੋਇਆ, ਮੋਢੇ ਤੀਰ ਕਮਾਨ ਅਤੇ ਪੱਥਾ ਪਿੱਛੇ ਬੱਧਾ ਸੀ। ਸ਼੍ਰੀ ਬਾਬਾ ਜੀ ਨੇ ਜਿਵੇਂ ਗੁਰੂ ਹਰਗੋਬਿੰਦ ਜੀ ਨੂੰ ਕਰਮਯੋਗੀ ਜਾਤਾ, ਤਿਵੇਂ ਸ਼੍ਰੀ ਰਾਮਚੰਦਰ ਜੀ, ਸ਼੍ਰੀ ਕ੍ਰਿਸ਼ਨ ਜੀ ਵਾਂਗੂ ਟਿੱਕਾ ਗੁਰਦਿੱਤਾ ਜੀ ਨੂੰ ਵੀ ਕਰਮਯੋਗੀ ਜਾਤਾ ਤਾਂ ਮੋਹੇ ਗਏ। ਐਸੇ ਹੀ ਬਾਬਾ ਸ਼੍ਰੀ ਚੰਦ ਜੀ ਦੀਆਂ ਤਪ ਤੇਜ ਭਰੀਆਂ ਅੱਖਾਂ ਦੀ ਅਕਾਰਖੰਡ ਸ਼ਕਤੀ ਨੇ ਸ਼੍ਰੀ ਟਿੱਕਾ ਜੀ ਦੇ ਮਨ ਉੱਤੇ ਵੀ ਭਾਰੀ ਅਸਰ ਕੀਤਾ। ਇਹ ਵੀ ਮਾਨੋ ਕੀਲੇ ਗਏ ਤੇ ਇੱਕ ਟਕ ਸ਼੍ਰੀ ਬਾਬਾ ਜੀ ਵੱਲ ਵੇਖ ਰਹੇ ਸਨ। ਇਉਂ ਦ੍ਰਿਸ਼ਟ ਦੀ ਤਾਰ ਨਾਲ ਤਾਰ ਜੁੜੀ ਤੇ ਬਾਬਾ ਜੀ ਦੀ ਕਿਰਪਾ ਦ੍ਰਿਸ਼ਟੀ ਵਧੇਰੇ ਸ਼੍ਰੀ ਟਿੱਕਾ ਜੀ ਵੱਲ ਵੇਖ ਕੇ ਗੁਰੂ ਜੀ ਨੇ ਫਰਮਾਇਆ, ਇਸ ਕਾਕੇ ਦਾ ਜਨਮ ਕੱਤਕ ਪੂਰਨਮਾਸ਼ੀ ਨੂੰ ਹੋਇਆ ਤੇ ਸ਼ਸਤਰਧਾਰੀ ਹੁੰਦੇ ਵੀ ਇਹਦਾ ਧਿਆਨ ਸਿਮਰਨ ਭਗਤੀ ਤੇ ਸਾਧ ਸੰਗਤ ਦੀ ਸੇਵਾ ਵੱਲ ਵਧੀਕ ਰਹਿੰਦਾ ਹੈ। ਇਉਂ ਸੁਣ ਕੇ ਬਾਬਾ ਸ਼੍ਰੀ ਚੰਦ ਜੀ ਹੋਰ ਖੇੜੇ ਵਿੱਚ ਆ ਗਏ ਤੇ ਆਪਣੇ ਕਿਸੇ ਨਵੇਂ ਸੰਕਲਪ ਦੀ ਉਸਾਰੀ ਵਿੱਚ ਇਉਂ ਉਮੜ ਪਏ ਜਿਵੇਂ ਨਿਰਸੰਕਲਪ ਨਿਰਗੁਣ ਬ੍ਰਹਮ ਨੂੰ ਕਿਤੋਂ ਸੰਸਾਰ ਦੀ ਰਚਨਾ ਦਾ ਸੰਕਲਪ ਹੋਇਆ ਸੀ। ਸ੍ਰੀ ਬਾਬਾ ਜੀ ਨੇ ਪ੍ਰਸੰਨਤਾ ਭਰੇ ਮਨ ਨਾਲ ਗੁਰੂ ਜੀ ਨੂੰ ਆਖਿਆ, ਫਿਰ ਇਹ ਬੇਟਾ ਸਾਨੂੰ ਦੇ ਦਿਓ, ਬਹੁਤ ਹੋਣਹਾਰ ਦਿਸਦਾ ਹੈ। ਗੁਰੂ ਜੀ ਨੇ ਪ੍ਰਵਾਨ ਕੀਤਾ ਤੇ ਟਿੱਕਾ ਗੁਰਦਿੱਤਾ ਜੀ ਨੂੰ ਮੱਥਾ ਟਿਕਾ ਕੇ ਸੌਂਪ ਦਿੱਤਾ। ਨਾਲ ਹੀ ਆਖਿਆ, ਹੋਰ ਚਾਹੋ ਤਾਂ ਸਾਰੇ ਹਾਜ਼ਰ ਹਨ। ਸ਼੍ਰੀ ਬਾਬਾ ਜੀ ਨੇ ਤਦ ਆਪਣਾ ਉਦਾਸੀ ਭੇਖ ਸ਼੍ਰੀ ਗੁਰਦਿੱਤਾ ਜੀ ਨੂੰ ਬਖਸ਼ ਕੇ ਇੱਕ ਉੱਨ ਦੀ ਮਾਲਾ ਫੜਾਈ ਅਤੇ ਇੱਕ ਓਅੰਕਾਰ ਸਤਨਾਮ ਦਾ ਸਾਰਾ ਮੂਲ ਮੰਤਰ ਸੁਣਾ ਕੇ ਵਾਹਿਗੁਰੂ ਨਾਮ ਦਾ ਨਿਰਣੇ ਸਹਿਤ ਸਿਮਰਨ ਭੇਦ ਵੀ ਸਮਝਾਇਆ। ਸ਼੍ਰੀ ਬਾਬਾ ਜੀ ਨੇ ਇਹ ਵੀ ਦੱਸਿਆ ਕਿ ਪੁਰਾਤਨ ਸਮੇਂ ਦੇ ਉਦਾਸੀਆਂ ਅਤੇ ਹੋਰ ਕਈ ਬ੍ਰਹਮ ਗਿਆਨੀਆਂ ਨੇ 4 ਵੇਦਾਂ ਦੇ ਮਹਾਵਾਕਾਂ ਅਨੁਸਾਰ ਆਪਣੀ ਮੰਤਰ ਟੇਕ ਸੋਹੰਗ ਸ਼ਬਦ ਨੂੰ ਅਪਣਾਇਆ ਸੀ, ਜਿਸ ਦਾ ਭਾਵ ਅਰਥ ਇਹ ਹੈ ਕਿ ਸੋ ਤੋਂ ਉਹ ਵਿਆਪਕ ਬ੍ਰਹਮ ਤੇ ਹੰਗ ਤੋਂ ਮੈਂ ਹੀ ਹੂੰ, ਵਾਹ ਮੇਰਾ ਹੀ ਸਰੂਪ ਹੈ। ਪਰ ਅਧੂਰੀ ਭਗਤੀ ਵਾਲੇ ਅੱਧ ਖੜੇ ਗਿਆਨੀਆਂ ਨੂੰ ਇਹ ਨਿਸ਼ਚਾ ਹਉਮੈ ਪੈਦਾ ਕਰਕੇ ਕੁਰਾਹੇ ਪਾਉਂਦਾ ਰਿਹਾ, ਜਿਸ ਤੋਂ ਸਾਡੇ ਗੁਰਦੇਵ ਪਿਤਾ ਨੇ ਆਪਣੀ ਇਸ ਨਵੀਨ ਚਲਾਈ ਉਦਾਸੀ ਦੀ ਰੀਤ ਵਿੱਚ ਮੁੱਖ ਸਿਮਰਨ, ਭਗਤੀ ਵਰਣਨ, ਵੈਰਾਗ ਅਤੇ ਨਿਸ਼ਚੇ ਗਿਆਨ ਨੂੰ ਸਨਮਾਨ ਦਿੱਤਾ ਹੈ। ਹੋਰ ਸੋਹੰਗ ਸ਼ਬਦ ਦੇ ਸਤਿਕਾਰ ਵਿੱਚ ਉਹਨਾਂ ਨੇ ਵੀ ਨਿਰਣੇ ਨਾਲ ਇਉਂ ਫਰਮਾਇਆ ਹੈ, ਤਤ ਨਿਰੰਜਨ ਜੋਤ ਸਬਾਈ ਸੋਹੰਗ ਭੇਦਨਾ ਕੋਈ ਜੀਓ। ਗੁਰੂ ਜੀ ਇਸ ਤਰ੍ਹਾਂ ਦਾ ਨਿਸ਼ਚੇ ਸ਼ਬਦ ਗਿਆਨ ਰੱਖਦੇ ਹੋਏ ਵੀ ਸਦਾ ਸਤਨਾਮ ਸਿਮਰਨ ਦੇ ਸੰਚਾਲਕ ਰਹੇ, ਸਗੋਂ ਹੋਰ ਬੇਅੰਤ ਨਾਮਾਂ ਨੂੰ ਸਤਿਕਾਰਦੇ ਅਤੇ ਉਹਨਾਂ ਨੂੰ ਜਪਣ ਵਾਲਿਆਂ ਬਾਬਤ ਵੀ ਐਸੇ ਭਾਵ ਭਰੇ ਸ਼ਬਦ ਵਰਤਦੇ ਰਹੇ। ਸਿਰ ਨਾਨਕ ਲੋਕਾਂ ਭਾਵ ਹੈ, ਬਲਿਹਾਰ ਜਾਉ ਜੇਤੇ ਤੇਰੇ ਨਾਮ ਹੈ। ਬਾਬਾ ਸ਼੍ਰੀ ਚੰਦ ਜੀ ਨੇ ਫਰਮਾਇਆ ਕਿ ਰੱਬ ਦੇ ਸਾਰੇ ਹੀ ਨਾਮ ਚੰਗੇ ਹਨ ਅਤੇ ਉਹਨਾਂ ਨੂੰ ਜਪਣ ਵਾਲਿਆਂ ਦਾ ਆਦਰ ਭਾਵ ਵੀ ਕਰਦੇ ਰਹੀਏ, ਪਰ ਸਦਾ ਵਾਸਤੇ ਆਪਣੀ ਸ਼ਬਦ ਟੇਕ ਆਪਣਾ ਇੱਕੋ ਮੰਤਰ ਗੁਰਮੰਤਰ ਹੀ ਤਾਰਕ ਹੁੰਦਾ ਹੈ। ਇਉਂ ਬਹੁਤ ਕੁਝ ਸਮਝਾ ਕੇ ਸੋਢੀ ਗੁਰਦਿੱਤਾ ਜੀ ਨੂੰ ਇਹ ਵਰਦਾਨ ਦਿੱਤਾ ਕਿ ਅੱਜ ਤੋਂ ਸਾਡਾ ਜਾਨਸ਼ੀਨ ਇਹ ਹੈ। ਬਾਬਾ ਗੁਰਦਿੱਤਾ ਦੀਨ ਦੁਨੀਆ ਦਾ ਟਿੱਕਾ ਹੋਇਆ। ਸ਼੍ਰੀ ਬਾਬਾ ਜੀ ਨੇ ਫਿਰ ਸ਼੍ਰੀ ਗੁਰੂ ਹਰਗੋਬਿੰਦ ਜੀ ਨੂੰ ਇਹ ਆਖਿਆ, ਸਾਡੇ ਪਿਤਾ ਦਾ ਤਪ ਤੇਜ ਬਲ ਆਪ ਪਾਸ ਅਤੇ ਜੋ ਕੁਝ ਸਾਡੇ ਪਾਸ ਹੈ ਇਹ ਬਾਬਾ ਗੁਰਦਿੱਤਾ ਜੀ ਪਾਸ ਹੋਇਆ। ਨਾਲ ਹੀ ਇਹ ਵੀ ਫਰਮਾਇਆ ਕਿ ਦੁਨੀਆ ਵਿੱਚ ਮੀਰੀ ਪੀਰੀ ਤੇ ਫਕੀਰੀ ਦੇ 3 ਹੀ ਖਜ਼ਾਨੇ ਹਨ। ਮੀਰੀ ਪੀਰੀ ਅੱਗੇ ਹੀ ਆਪ ਦੇ ਪਾਸ ਹੈ, ਫਕੀਰੀ ਆਪ ਦੇ ਟਿੱਕਾ ਜੀ ਨੂੰ ਦਿੱਤੀ ਗਈ। ਇਉਂ ਅਸੀਸਾਂ ਦੇ ਕੇ ਸਤਿਗੁਰੂ ਜੀ ਨੂੰ ਕਈ ਦਿਨ ਪਾਸ ਰੱਖਿਆ। ਜਹਾਂਗੀਰ ਨਾਲ ਮੇਲ ਮਿਲਾਪ ਦਾ ਜ਼ਿਕਰ ਵੀ ਕੀਤਾ ਸੁਣਿਆ ਅਤੇ ਪਿਆਰ ਨਾਲ ਵਿਦਾ ਕੀਤੇ। ਬਾਬਾ ਗੁਰਦਿੱਤਾ ਜੀ ਇੱਥੇ 62 ਹੀ ਰਹੇ। ਬਾਬਾ ਸ਼੍ਰੀ ਚੰਦ ਜੀ ਨੇ ਇਹਨਾਂ ਨੂੰ ਸਣੇ ਫਕੀਰੀ ਦੇ ਹੋਰ ਕਈ ਰਾਜ਼ ਭੇਦ
ਅਤੇ 24 ਮਾਤਰਾ ਦਾ ਪੂਰਨ ਗਿਆਨ ਕਰਾਇਆ। ਫਿਰ ਆਪਣੇ ਥਾਂ ਤੇ ਗੁਰਗੱਦੀ ਦਿੰਦੇ ਹੋਏ ਉਦਾਸੀਨ ਸੰਪਰਦਾਇ ਦਾ ਪ੍ਰਮੁੱਖ ਗੁਰੂ ਬਣਾ ਦਿੱਤਾ। ਉਸ ਦਿਨ ਤੋਂ ਹੀ ਇਹਨਾਂ ਦਾ ਨਾਮ ਸੋਢੀ ਟਿੱਕਾ ਗੁਰਦਿੱਤੀ ਦੀ ਬਜਾਏ ਬਾਬਾ ਗੁਰਦਿੱਤਾ ਜੀ ਮਸ਼ਹੂਰ ਹੋਇਆ। ਇਸ ਸਾਖੀ ਰਾਹੀਂ ਬਾਬਾ ਸ਼੍ਰੀ ਚੰਦ ਜੀ ਦੇ ਕੁਝ ਵਿਸ਼ੇਸ਼ ਗੁਣ ਪ੍ਰਗਟ ਹੁੰਦੇ ਹਨ, ਜੋ ਇਸ ਪ੍ਰਕਾਰ ਹਨ। ਇੱਕ ਤਾਂ ਆਪਣੀ ਉਦਾਸੀਨ ਗੱਦੀ ਬਾਬਾ ਗੁਰਦਿੱਤਾ ਜੀ ਨੂੰ ਦੇ ਕੇ ਉਹਨਾਂ ਨੇ ਇਸ ਗੱਲ ਨੂੰ ਪ੍ਰਤੱਖ ਕਰ ਦਿੱਤਾ ਕਿ ਉਦਾਸੀ ਭੇਖ ਦੀ ਬਖਸ਼ਿਸ਼ ਅਤੇ ਇਸ ਭੇਖ ਦੇ ਅੱਗੇ ਚਲਾਉਣ ਦੇ ਅਧਿਕਾਰ ਵੀ ਬਾਬਾ ਜੀ ਨੂੰ ਆਪਣੇ ਪਿਤਾ ਗੁਰੂ ਨਾਨਕ ਦੇਵ ਜੀ ਵੱਲੋਂ ਹੀ ਪ੍ਰਾਪਤ ਸਨ। ਤਦੇ ਹੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣਾ ਵੱਡਾ ਸਾਹਿਬਜ਼ਾਦਾ ਇਹਨਾਂ ਦੀ ਭੇਟ ਕਰਨ ਵਿੱਚ ਖੁਸ਼ੀ ਮਹਿਸੂਸ ਕੀਤੀ। ਅਗਰ ਇਹ ਭੇਖ ਇਹਨਾਂ ਪਾਸ ਕਿਸੇ ਹੋਰ ਸਾਧੂ ਜਾਂ ਮੁਨੀ ਮਹਾਤਮਾ ਵੱਲੋਂ ਗੁਰੂ ਨਾਨਕ ਪਿਤਾ ਦੀ ਮਰਜ਼ੀ ਵਿਰੁੱਧ ਧਾਰਨ ਕੀਤਾ ਹੁੰਦਾ ਤਾਂ ਗੁਰੂ ਜੀ ਆਪਣੇ ਸਪੁੱਤਰ ਗੁਰਦਿੱਤਾ ਜੀ ਨੂੰ ਇਹਨਾਂ ਦੇ ਹਵਾਲੇ ਨਾ ਕਰਦੇ। ਬਾਬਾ ਸ਼੍ਰੀ ਚੰਦ ਜੀ ਨੇ ਬਾਬਾ ਗੁਰਦਿੱਤਾ ਜੀ ਨੂੰ ਆਪਣਾ ਜਾਨਸ਼ੀਂ ਥਾਪ ਕੇ ਆਪਣੇ ਨੀਤੀ ਨਿਪੁੰਨ ਹੋਣ ਦਾ ਵੀ ਸਬੂਤ ਦਿੱਤਾ, ਤਾਂ ਕਿ ਆਪ ਦੀ ਉਦਾਸੀ ਸੰਪਰਦਾਇ ਵਿੱਚ ਕਿਸੇ ਗ੍ਰਸਤੀ ਜਾਂ ਤਿਆਗੀ ਉਦਾਸੀ ਵਿੱਚ ਵਿਤਕਰਾ ਨਾ ਜਾਣਿਆ ਜਾਏ ਤੇ ਲੋੜ ਸਮੇਂ ਉਦਾਸੀ ਸਾਧੂ ਬਾਬਾ ਗੁਰਦਿੱਤਾ ਜੀ ਵਾਂਗੂ ਕਰਮਯੋਗੀ ਵੀ ਹੋ ਜਾਇਆ ਕਰਨ। ਬਾਬਾ ਸ਼੍ਰੀ ਚੰਦ ਜੀ ਨੇ ਵੀ ਆਪਣੀ ਜਾਨਸ਼ੀਨੀ ਦੀ ਗੱਦੀ ਨੂੰ ਘਰੇ ਨਹੀਂ ਰੱਖਿਆ, ਬਲਕਿ ਆਪਣੇ ਭਤੀਜੇ ਸ਼੍ਰੀ ਬਾਬਾ ਧਰਮਚੰਦ ਬੇਦੀ ਦੇ ਹੁੰਦੇ ਵੀ ਸੋਢੀ ਗੁਰਦਿੱਤਾ ਜੀ ਨੂੰ ਜਾਨਸ਼ੀਨ ਬਣਾਇਆ। ਐਸਾ ਕਰਕੇ ਵੀ ਇਹਨਾਂ ਨੇ ਆਪਣੀ ਦੂਰ ਅੰਦੇਸ਼ੀ ਦਾ ਸਬੂਤ ਦਿੱਤਾ ਹੈ ਅਤੇ ਆਪਣੇ ਪਿਤਾ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵਰਤੇ ਉਸ ਅਸੂਲ ਦੀ ਪ੍ਰੌੜਤਾ ਕੀਤੀ ਹੈ ਜੋ ਉਹਨਾਂ ਨੇ ਸਪੁੱਤਰਾਂ ਦੇ ਹੁੰਦਿਆਂ ਜਾਨਸ਼ੀਨੀ ਦੀ ਗੱਦੀ ਸ਼੍ਰੀ ਲਹਿਣਾ ਜੀ ਨੂੰ ਗੁਰੂ ਅੰਗਦ ਬਣਾ ਕੇ ਬਖਸ਼ੀ। ਉਹ ਇਹਨਾਂ ਦੇ ਖਿਆਲ ਵਿੱਚ ਠੀਕ ਸੀ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ। ਦਾਸ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।